TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਕਾਂਗਰਸ ਦੀ ਪਾਟੋ ਧਾੜ ਇੱਕ ਵਾਰੀ ਫਿਰ ਤੋਂ ਆਈ ਸਾਹਮਣੇ। ਸਾਧੂ ਸਿੰਘ ਧਰਮਸੋਤ ਨੂੰ ਹਾਈ ਕੋਰਟ ਨੇ ਨਹੀਂ ਦਿੱਤੀ ਰਾਹਤ। ਪੰਜਾਬ ਪੁਲਿਸ ਨੂੰ ਅਰਸ਼ ਡੱਲਾ ਦੀ ਸਿੱਧੀ ਚੇਤਾਵਨੀ। ਭਾਰਤ ਨੂੰ ਨੰਬਰ 1 ਬਣਾਉਣ ਲਈ ਕੇਜਰੀਵਾਲ ਨੇ ਦਿੱਤਾ 4 ਸੂਤਰੀ ਫਾਰਮੂਲਾ। ਪਿੰਡ ਵਾਸੀਆਂ ਨੇ ਲਾਸ਼ ਨੂੰ ਟਿਊਬ ਨਾਲ ਬੰਨ੍ਹ ਕੇ ਨਦੀ ਕਰਵਾਈ ਪਾਰ, ਜਾਂਚ ਦੇ ਦਿੱਤੇ ਆਦੇਸ਼ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ, ਸੁਣ ਲੈਣਾ। ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਪ੍ਰਣਾਮ ਸ਼ਹੀਦਾਂ ਨੂੰ। ਅੱਜ ਸਮੁੱਚੇ TBN ਪਰਿਵਾਰ ਵੱਲੋਂ ਅਦਾਰਾ TBN ਦੇ ਵੱਲੋਂ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਉਹਨਾਂ ਦੀ ਬਰਸੀ ਦੇ ਉੱਤੇ ਯਾਦ ਕੀਤਾ ਜਾ ਰਿਹਾ ਹੈ। ਮਦਨ ਲਾਲ ਢੀਂਗਰਾ ਦਾ ਜਨਮ 18 ਸਤੰਬਰ 1883 ਨੂੰ ਹੋਇਆ ਸੀ ਅਤੇ ਉਹਨਾਂ ਨੂੰ ਅੱਜ ਦੇ ਦਿਨ ਭਾਵ 17 ਅਗਸਤ ਅਤੇ 1909 ਨੂੰ ਫਾਂਸੀ ਤੇ ਚਾੜ ਦਿੱਤਾ ਗਿਆ ਸੀ। ਹੁਣ ਤੁਸੀਂ ਦੇਖਿਓ ਕਿ ਪਰਿਵਾਰ ਕਿਹੋ ਜਿਹਾ ਸੀ ਔਰ ਮਦਨ ਲਾਲ ਢੀਂਗਰਾ ਕੀ ਕਰ ਰਹੇ ਸਨ। ਅਸਲ ਦੇ ਵਿੱਚ ਮਦਨ ਲਾਲ ਢੀਂਗਰਾ ਇੱਕ ਹਿੰਦੂ ਖੱਤਰੀ ਪਰਿਵਾਰ ਦੇ ਵਿੱਚ ਪੈਦਾ ਹੁੰਦੇ ਹੈ। ਉਹਨਾਂ ਦੇ ਪਿਤਾ ਉਸ ਵਕਤ ਅੰਗਰੇਜ਼ੀ ਸਾਮਰਾਜ ਦੇ ਵਿੱਚ ਉਹਨਾਂ ਦੇ ਵਫਾਦਾਰ ਸੀ, ਸਰਜਨ ਸੀਗੇ। ਉਹਨਾਂ ਦਾ ਨਾਂ ਸੀ ਦਿੱਤਾ ਮੱਲ। ਹੁਣ ਬਾਪ ਸਿਵਲ ਸਰਜਨ ਹੋਵੇ, ਸਮੇਂ ਦੀ ਹਕੂਮਤ ਦਾ ਵਫਾਦਾਰ ਵੀ ਹੋਵੇ, ਜਿਸੇ ਕਰਕੇ ਬਰਤਾਨਵੀ ਵਫਾਦਾਰੀ ਦੇ ਕਾਰਨ ਉਹਨਾਂ ਨੂੰ ਰਾਏ ਸਾਹਿਬ ਦੀ ਉਪਾਧੀ ਵੀ ਦਿੱਤੀ ਹੋਵੇ। ਉਪਾਧੀ ਤੋਂ ਇਲਾਵਾ ਉਹਨਾਂ ਨੂੰ ਕੋਟੜਾ ਸ਼ੇਰ ਸਿੰਘ ਦੇ ਵਿੱਚ 21 ਮਕਾਨ ਦਿੱਤੇ ਹੋਏ ਸੀ। GT ਰੋਡ ਤੇ 6 ਬੰਗਲੇ, 6 ਬੱਗੀਆਂ, ਕਈ ਕਾਰਾਂ ਤੇ ਕਈ ਵਿਗੇ ਜ਼ਮੀਨ ਦਿੱਤੀ ਹੋਈ ਸੀ ਅਤੇ ਹੋਰ ਸੁੱਖ ਸਹੂਲਤਾਂ ਵੀ ਉਸ ਵਕਤ ਦੀ ਹਕੂਮਤ ਦੇ ਵੱਲੋਂ ਦਿੱਤੀਆਂ ਹੋਈਆਂ ਸੀ। ਉਹਨਾਂ ਦੇ ਘਰ ਜਿਹੜੇ ਬਾਕੀ ਬੱਚੇ ਸਨ, 3 ਡਾਕਟਰ ਤੇ 3 ਬੈਰਿਸਟਰ। ਉਹਨਾਂ ਪੁੱਤਰਾਂ ਦੇ ਨਾਲੋਂ ਮਦਨ ਲਾਲ ਢੀਂਗਰਾ ਦਾ ਸੁਭਾਅ ਬਿਲਕੁਲ ਵੱਖਰਾ। ਉਹ ਆਪਣੀ ਵੱਖਰੀ ਐਨਕ ਦੇ ਰਾਹੀਂ ਅੰਗਰੇਜ਼ੀ ਹਕੂਮਤ ਨੂੰ ਦੇਖਦੇ ਸਨ। ਕੋਈ ਡਾਕਟਰ ਬਣ ਗਿਆ, ਕੋਈ ਵਕੀਲ ਬਣ ਗਿਆ, ਪਰ ਮਦਨ ਲਾਲ ਢੀਂਗਰਾ ਆਜ਼ਾਦੀ ਸਰਗਰਮੀਆਂ ਦੇ ਵਿੱਚ ਹਿੱਸਾ ਲੈਣ ਲੱਗ ਪਏ। ਅਸਲ ਦੇ ਵਿੱਚ ਕਾਲਜ ਵਿੱਚ ਪੜ੍ਹਦੇ ਸੀ। ਕਾਲਜ ਵਿੱਚ ਪੜ੍ਹਦਿਆਂ ਇਹ ਸ਼ੌਕ ਪਾਲ ਬੈਠੇ, ਜਿਸ ਦੇ ਕਾਰਨ ਮਦਨ ਲਾਲ ਢੀਂਗਰਾ ਨੂੰ ਕਾਲਜ ਦੇ ਵਿੱਚੋਂ ਬਾਹਰ ਕੱਢਿਆ ਗਿਆ। ਇੱਥੇ ਹੀ ਨਹੀਂ ਗੱਲ ਖਤਮ ਹੋਈ। ਜਦੋਂ ਮਦਨ ਲਾਲ ਢੀਂਗਰਾ ਨੂੰ ਕਾਲਜ ਦੇ ਵਿੱਚੋਂ ਕੱਢ ਦਿੱਤਾ, ਪਰਿਵਾਰ ਨੂੰ ਪਤਾ ਲੱਗਿਆ ਕਿ ਸਾਰਾ ਪਰਿਵਾਰ ਅੰਗਰੇਜ਼ਾਂ ਦਾ ਵਫਾਦਾਰ ਹੈ, ਵਫਾਦਾਰੀ ਕਰਦੇ ਆ, ਤੂੰ ਅੰਗਰੇਜ਼ਾਂ ਦੀ ਮੁਖਾਲਫਤ ਕਰਦਾ ਹੈ। ਕਾਲਜੋਂ ਵੀ ਕੱਢ ਦਿੱਤੇ ਗਏ ਤੇ ਘਰੋਂ ਵੀ ਕੱਢ ਦਿੱਤੇ ਗਏ, ਬੇਦਖਲ ਕਰ ਦਿੱਤੇ ਗਏ। ਪਰ ਇਹਦੇ ਬਾਵਜੂਦ ਵੀ ਮਦਨ ਲਾਲ ਢੀਂਗਰਾ ਨਾ ਟੁੱਟੇ, ਨਾ ਹੌਸਲਾ ਹਾਰਿਆ। ਆਜ਼ਾਦੀ ਦੀ ਲੜਾਈ ਵਿੱਚ ਸਗੋਂ ਹੋਰ ਵੱਧ ਚੜ੍ਹ ਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਇੱਕ ਰੱਜੇ ਪੁੱਜੇ ਘਰ ਦਾ ਬੱਚਾ ਹੋਵੇ, ਪੁੱਤਰ ਹੋਵੇ, ਕਹਿੰਦਾ ਕਹਾਉਂਦਾ ਉਸ ਵਕਤ ਦਾ ਪਰਿਵਾਰ ਹੋਵੇ, ਘਰੋਂ ਬੇਘਰ ਕਰ ਦਿੱਤਾ ਗਿਆ ਹੋਵੇ, ਬੇਦਖਲ ਕਰ ਦਿੱਤਾ ਗਿਆ ਹੋਵੇ। ਟਾਂਗਾ ਚਲਾਉਣ ਲੱਗ ਪਏ, ਮਜ਼ਦੂਰੀ ਕਰਨ ਲੱਗ ਪਏ, ਕਲਰਕੀ ਕਰਨ ਲੱਗ ਪਏ। ਜਦੋਂ ਉਹ ਨਾ ਕੰਮ ਚੱਲਿਆ ਤਾਂ ਫਿਰ ਫੈਕਟਰੀ ਦੇ ਵਿੱਚ ਮਜ਼ਦੂਰੀ ਕਰਨ ਲੱਗ ਪਏ। ਤੁਸੀਂ ਦੇਖੋ ਕਿ ਦਿਲ ਵਿੱਚ ਚਿਣਗ ਕੀ ਹੈ, ਤਾਂਗ ਕੀ ਹੈ। ਫੈਕਟਰੀ ਦੇ ਵਿੱਚ ਉਹਨਾਂ ਨੇ ਸੋਚਿਆ ਕਿ ਇੱਥੇ ਮਜ਼ਦੂਰ ਯੂਨੀਅਨ ਖੜੀ ਕਰ ਦਿੱਤੀ ਜਾਵੇ। ਇਸ ਗੱਲ ਦਾ ਮਾਲਕਾਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੂੰ ਫੈਕਟਰੀ ਦੇ ਵਿੱਚੋਂ ਵੀ ਕੱਢ ਦਿੱਤਾ ਗਿਆ, ਨੌਕਰੀਓਂ ਬਾਹਰ ਕਰ ਦਿੱਤਾ ਗਿਆ। ਫਿਰ ਉਹਨਾਂ ਨੇ ਆਪਣੇ ਭਰਾ ਦੀ ਸਲਾਹ ਮੰਨੀ। ਉਹ ਕਹਿੰਦਾ ਤੇਰਾ ਇੱਥੇ ਕੁਝ ਨਹੀਂ ਬਣਨਾ, ਤੂੰ ਇੰਗਲੈਂਡ ਪੜ੍ਹਨ ਵਾਸਤੇ ਜਾ। ਉਹਨਾਂ ਦਿਨਾਂ ਵਿੱਚੋਂ ਮੁੰਬਈ ਕੰਮ ਕਰ ਰਹੇ ਸੀ। ਆਖਰਕਾਰ ਮਦਨ ਲਾਲ ਢੀਂਗਰਾ ਇੰਗਲੈਂਡ ਦੇ ਵਿੱਚ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਦੇ ਵਾਸਤੇ ਆ ਜਾਂਦੇ ਹੈ। ਤੇ ਤੁਸੀਂ ਦੇਖੋ ਕਿ ਪੜ੍ਹਾਈ ਵਾਸਤੇ ਤਾਂ ਆਉਂਦੇ ਹੈ ਤੇ ਪੜ੍ਹਾਈ ਕਰਨ ਲਈ ਆਉਂਦੇ ਆ ਉਹ 1906 ਚ। ਜਦੋਂ ਇੰਗਲੈਂਡ ਆਉਂਦੇ ਆ ਤੇ ਉੱਥੇ ਫਿਰ ਸੁਭਾਅ ਤਾਂ ਅੰਦਰ ਉਹੀ ਹੈ, ਚਿਣਗ ਤਾਂ ਉਹੀ ਹੈ। ਇੰਗਲੈਂਡ ਆ ਕੇ ਫਿਰ ਕੁਝ ਭਾਰਤੀ ਕ੍ਰਾਂਤੀਕਾਰੀ ਸੀ, ਉਹਨਾਂ ਨਾਲ ਮੇਲ ਮਿਲਾਪ ਹੋ ਜਾਂਦਾ। ਉਹ ਮਦਨ ਲਾਲ ਢੀਂਗਰਾ ਨੂੰ ਅਭਿਨਵ ਭਾਰਤ ਮੰਡਲ ਦਾ ਮੈਂਬਰ ਬਣਾ ਲੈਂਦੇ ਹੈ। ਇੰਨਾ ਹੀ ਨਹੀਂ, ਉਹ ਮਦਨ ਲਾਲ ਢੀਂਗਰਾ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਵੀ ਦਿੰਦੇ ਹੈ।
ਉਹਨਾਂ ਨੂੰ ਭਾਰਤੀ ਵਿਦਿਆਰਥੀਆਂ ਦੀ ਸਿਆਸੀ ਸਰਗਰਮੀ ਦੇ ਆਧਾਰ ਤੇ ਇੰਡੀਆ ਹਾਊਸ ਦਾ ਮੈਂਬਰ ਵੀ ਬਣਾ ਦਿੱਤਾ ਜਾਂਦਾ ਹੈ ਤੇ ਇਹ ਵਿਦਿਆਰਥੀ ਕਾਰਕੁਨ ਉਦੋਂ ਹੋਰ ਰੋਹ ਵਿੱਚ ਆ ਜਾਂਦੇ ਹੈ ਜਦੋਂ ਖੁਦੀਰਾਮ ਬੋਸ, ਸਤਿੰਦਰਪਾਲ, ਪੰਡਤ ਕਾਂਸ਼ੀ ਰਾਮ ਤੇ ਇਹ ਕੁਝ ਵਿਅਕਤੀ ਸਨ ਜਿਨ੍ਹਾਂ ਨੂੰ ਉੱਥੇ ਫਾਂਸੀ ਦੇ ਦਿੱਤੀ ਗਈ। 1 ਜੁਲਾਈ ਤੇ 1909 ਦੀ ਸ਼ਾਮ ਨੂੰ ਇੰਡੀਅਨ ਨੈਸ਼ਨਲ ਐਸੋਸੀਏਸ਼ਨ ਦੇ ਸਾਲਾਨਾ ਸਮਾਗਮ ਸਨ। ਉੱਥੇ ਵੱਡੀ ਗਿਣਤੀ ਵਿੱਚ ਅੰਗਰੇਜ਼ ਵੀ ਪਹੁੰਚਦੇ ਆ ਤੇ ਭਾਰਤੀਆਂ ਦਾ ਵੀ ਇਕੱਠ ਹੁੰਦਾ ਹੈ ਤੇ ਇਸੇ ਹੀ ਸਮਾਗਮ ਦੇ ਵਿੱਚ ਮਦਨ ਲਾਲ ਢੀਂਗਰਾ ਸਰ ਕਰਜ਼ਨ ਨੂੰ 5 ਗੋਲੀਆਂ ਦਾਗ ਦਿੰਦੇ ਨੇ ਤੇ ਇਸ ਕਾਰਵਾਈ ਤੋਂ ਬਾਅਦ ਮਦਨ ਲਾਲ ਢੀਂਗਰਾ ਤੇ 23 ਜੁਲਾਈ ਨੂੰ ਓਲਡ ਬੈਲੇ ਵਿੱਚ ਮੁਕੱਦਮਾ ਚਲਾਇਆ ਜਾਂਦਾ ਹੈ। ਤੁਸੀਂ ਹੁਣ ਇਹ ਸੁਣ ਕੇ ਹੈਰਾਨ ਹੋਵੋਗੇ ਕਿ ਇੱਕ ਦਿਨ ਦੇ ਵਿੱਚ ਹੀ ਫੈਸਲਾ ਵੀ ਸੁਣਾ ਦਿੱਤਾ ਗਿਆ। ਫੈਸਲੇ ਦੇ ਵਿੱਚ ਮਦਨ ਲਾਲ ਢੀਂਗਰਾ ਨੂੰ ਮੌਤ ਦੀ ਸਜ਼ਾ, ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਮਦਨ ਲਾਲ ਢੀਂਗਰਾ ਘਬਰਾਏ ਨਹੀਂ, ਛਾਤੀ ਤਾਣ ਕੇ ਉਸ ਫੈਸਲੇ ਨੂੰ ਸਵੀਕਾਰ ਕੀਤਾ। ਉਹ ਕਹਿੰਦੇ ਮੈਨੂੰ ਫਖਰ ਹੈ ਕਿ ਮੈਂ ਆਪਣੇ ਮੁਲਕ ਵਾਸਤੇ ਜਾਨ ਕੁਰਬਾਨ ਕਰਨ ਜਾ ਰਿਹਾ ਹਾਂ। ਉਹ ਕਹਿੰਦੇ ਯਾਦ ਰੱਖਿਓ ਦਿਨ ਸਾਡੇ ਵੀ ਆਉਣਗੇ। ਮਦਨ ਲਾਲ ਢੀਂਗਰਾ ਨੇ ਉਸ ਵਕਤ ਆਖਿਆ ਸੀ, ਮੈਂ ਮੰਨਦਾ ਹਾਂ ਕਿ ਮੈਂ ਉਸ ਦਿਨ ਆਪਣੇ ਮੁਲਕ ਵਿੱਚ ਹੋ ਰਹੇ ਜ਼ੁਲਮਾਂ, ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਫਾਂਸੀਆਂ, ਰਾਜਸੀ ਆਗੂ ਨੂੰ ਜਿਹੜਾ ਜਲਾ ਵਤਨ ਕੀਤਾ ਜਾ ਰਿਹਾ ਹੈ ਉਹਦਾ ਪ੍ਰੋਟੈਸਟ ਕੀਤਾ। ਉਸ ਪ੍ਰੋਟੈਸਟ ਦੇ ਵਿੱਚ ਇੱਕ ਅੰਗਰੇਜ਼ ਦਾ ਮੈਂ ਖੂਨ ਵਹਾਇਆ ਹੈ। ਉਹ ਕਹਿੰਦੇ ਦੇਸ਼ ਦੀ ਤਾਕਤ ਹਥਿਆਰਾਂ ਦੇ ਜ਼ੋਰ ਨਾਲ ਇੱਕ ਦੂਸਰੇ ਮੁਲਕ ਨੂੰ ਗੁਲਾਮ ਬਣਾਉਣ ਤੇ ਲੱਗੀ ਹੋਈ ਹੈ, ਪਰ ਕਹਿੰਦੇ ਜਦੋਂ ਤੱਕ ਸਾਡਾ ਮੁਲਕ ਆਜ਼ਾਦ ਨਹੀਂ ਹੋ ਜਾਂਦਾ ਉਦੋਂ ਤੱਕ ਅਸੀਂ ਲੜਦੇ ਰਹਾਂਗੇ। ਉਹ ਕਹਿੰਦੇ ਸਾਡੇ ਕੋਲ ਹਥਿਆਰ ਨਹੀਂ, ਅਸੀਂ ਖੁੱਲ੍ਹੇ ਮੈਦਾਨ ਦੇ ਵਿੱਚ ਸ਼ਰੇਆਮ ਤੁਹਾਡੇ ਲੜਨ ਦੇ ਯੋਗ ਨਹੀਂ, ਕਿਉਂਕਿ ਤੁਸੀਂ ਸਾਡੇ ਮੁਲਕ ਨੂੰ ਬੇਹਥਿਆਰਾ ਕਰ ਦਿੱਤਾ ਹੈ। ਇਸ ਕਰਕੇ ਸਾਨੂੰ ਦੂਸਰੀ ਤਰ੍ਹਾਂ ਦੇ ਹਮਲੇ ਕਰਨ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ। ਅਸੀਂ ਖੁੱਲ੍ਹੇ ਮੈਦਾਨ 'ਚ ਤਾਂ ਲੜ ਨਹੀਂ ਸਕਦੇ। ਇਸ ਵਾਸਤੇ ਮੈਂ ਆਪਣੇ ਪਿਸਤੌਲ ਦੀ ਵਰਤੋਂ ਕਰਕੇ ਇਸ ਢੰਗ ਨਾਲ ਲੜਿਆ ਤੇ ਆਖਰ ਅਮਰ ਸ਼ਹੀਦ ਮਦਨ ਲਾਲ ਢੀਂਗਰਾ ਨੂੰ 17 ਅਗਸਤ 1909 ਨੂੰ ਪੈਂਟਨਵਿਲੇ ਜੇਲ੍ਹ ਦੇ ਵਿੱਚ ਲੰਡਨ ਦੇ ਵਿੱਚ ਫਾਂਸੀ ਤੇ ਚਾੜ ਦਿੱਤਾ ਗਿਆ ਸੀ। ਹੁਣ ਤੁਸੀਂ ਦੇਖੋ ਕਿ ਹੁਣ ਕਈ ਲੋਕ ਕਹਿੰਦੇ ਆ ਜੀ ਭਗਤ ਸਿੰਘ ਨੂੰ ਅਸੀਂ ਤਾਂ ਸ਼ਹੀਦ ਨਹੀਂ ਮੰਨਦੇ, ਉਹ ਸਿੱਖ ਨਹੀਂ ਸੀ ਜੀ। ਉਹਨਾਂ ਨੂੰ ਪੁੱਛ ਲਿਓ ਭਾਈ ਜੇ ਕਿਤੇ ਮਿਲਣਾ ਕਿ ਮਦਨ ਲਾਲ ਢੀਂਗਰਾ ਨੂੰ ਸ਼ਹੀਦ ਮੰਨਦੇ ਹੋ? ਮਦਨ ਲਾਲ ਢੀਂਗਰਾ ਨਾ ਸਿੱਖ ਨੇ, ਨਾ ਉਹ ਦਸਤਾਰ ਸਜਾਉਂਦੇ ਨੇ, ਪਰ ਤੁਸੀਂ ਦੇਖੋ ਕਿ ਪੜ੍ਹਨ ਵਾਸਤੇ ਲੰਡਨ ਜਾਂਦੇ ਆ। ਜਜ਼ਬਾ ਦੇਖੋ, ਪਰਿਵਾਰ ਦੇਖੋ ਕਿ ਅੰਗਰੇਜ਼ਾਂ ਦਾ ਪਿੱਠੂ ਆਖ ਸਕਦੇ ਹਾਂ ਆਪਾਂ, ਵਫਾਦਾਰ ਆਖ ਸਕਦੇ ਹਾਂ, ਪਰ ਆਪਣੇ ਦਿਲ ਦੇ ਵਿੱਚ ਤਾਂਗ, ਚਿਣਗ, ਚੰਗਿਆੜੀ ਕਿਹੜੀ ਸੀ? ਘਰੋਂ ਕੱਢ ਦਿੱਤੇ, ਕਾਲਜੋਂ ਕੱਢ ਦਿੱਤੇ, ਇੰਗਲੈਂਡ ਜਾ ਕੇ ਵੀ ਇਹ ਨਹੀਂ ਕਿ ਚਲੋ ਹੁਣ ਆਪਾਂ ਭਵਿੱਖ ਸਵਾਰਾਂਗੇ, ਨਾ, ਆਪਣੇ ਪਰਿਵਾਰ ਵਾਂਗ ਨਹੀਂ ਕੀਤਾ, ਸਗੋਂ ਆਪਾ ਕੁਰਬਾਨ ਕਰ ਦਿੱਤਾ। ਇਹ ਗੱਲ ਯਾਦ ਰੱਖਿਓ। ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀ ਹੈ, ਉਹਨਾਂ ਦਾ ਮਜ਼ਾਕ ਉਡਾਉਣ ਲੱਗ ਪੈਂਦੀ ਆ, ਉਹ ਕੌਮ ਕੱਖਾਂ ਵਾਂਗੂ ਰੁੱਲ ਜਾਂਦੀ ਹੈ। ਤੇ ਅਮਰ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਅਦਾਰਾ TBN ਦੇ ਵੱਲੋਂ ਸ਼ਰਧਾਂਜਲੀ ਅਤੇ ਸ਼ਰਧਾ ਸਤਿਕਾਰ। ਤੇ ਹੁਣ ਆਪਾਂ ਅਗਲੀ ਗੱਲ ਕਰਦੇ ਹਾਂ। ਪੰਜਾਬ ਪੁਲਿਸ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕੈਨੇਡਾ ਰਹਿੰਦੇ ਇੱਕ ਗੈਂਗਸਟਰ ਅਰਸ਼ ਡੱਲਾ ਨੇ। ਪੰਜਾਬ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਤੇ ਦੂਸਰੇ ਪਾਸੇ ਤੁਸੀਂ ਫੇਸਬੁੱਕ ਦੇ ਉੱਤੇ ਪਾਈ ਪੋਸਟ ਖੁਦ ਵੀ ਪੜ੍ਹ ਸਕਦੇ ਹੋ। ਦਰਅਸਲ ਬੀਤੇ ਦਿਨੀ ਦਿੱਲੀ ਅਤੇ ਪੰਜਾਬ ਪੁਲਿਸ ਨੇ ਇੱਕ ਸਾਂਝਾ ਆਪਰੇਸ਼ਨ ਕੀਤਾ ਸੀ। ਉਸ ਆਪਰੇਸ਼ਨ ਦੇ ਦੌਰਾਨ ਅਰਸ਼ ਡੱਲਾ ਦੇ 2 ਗੁਰਗੇ ਸਨ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਉਹਦੇ ਤੋਂ ਬਾਅਦ ਅਰਸ਼ ਨੇ ਫੇਸਬੁੱਕ ਦੇ ਉੱਤੇ ਇਹ ਪੋਸਟ ਸਾਂਝੀ ਕੀਤੀ ਹੈ। ਅਰਸ਼ ਨੇ ਲਿਖਿਆ ਕਿ ਮੈਨੂੰ ਮਜਬੂਰਨ, ਜ਼ਬਰਨ ਅੱਤਵਾਦੀ ਬਣਾਇਆ ਜਾ ਰਿਹਾ ਹੈ। ਉਹ ਕਹਿੰਦਾ ਮੈਂ ਅੱਜ ਤੱਕ ਕੋਈ ਧਮਾਕਾ ਨਹੀਂ ਕਰਵਾਇਆ, ਜੇ ਮਜਬੂਰ ਹੋਇਆ ਤਾਂ ਮੈਂ ਉਸੇ ਸਟਾਈਲ ਦੇ ਵਿੱਚ ਤੁਹਾਨੂੰ ਜਵਾਬ ਦਿਆਂਗਾ ਜਿਹੜਾ ਜਵਾਬ ਤੁਹਾਨੂੰ ਸਮਝ ਆਉਂਦਾ ਹੈ। ਪੋਸਟ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਤੇ ਸਾਈਬਰ ਸੈੱਲ ਨੇ ਇਹਦੀ ਜਾਂਚ ਸ਼ੁਰੂ ਕਰਵਾ ਦਿੱਤੀ ਹੈ। ਇੱਥੇ ਗੱਲ ਉਚੇਚੇ ਤੌਰ ਤੇ ਦੱਸਣ ਵਾਲੀ ਹੈ ਕਿ ਪੰਜਾਬ ਪੁਲਿਸ ਨੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ 4 ਅੱਤਵਾਦੀ ਗ੍ਰਿਫਤਾਰ ਕੀਤੇ ਸੀ। ਉਹਨਾਂ ਵਿੱਚ ਸ਼ਾਮਲ ਸਨ ਦੀਪਕ ਅਤੇ ਸਨੀ, ਅਤੇ ਇਹਨਾਂ ਦੇ ਤਾਰ ਕਹਿੰਦੇ ਸੀ ਕਿ ਅਰਸ਼ ਡੱਲਾ ਨਾਲ ਜੁੜਦੇ ਆ। DGP ਗੌਰਵ ਯਾਦਵ ਨੇ ਆਖਿਆ ਸੀ ਕਿ ਇਹਨਾਂ ਨੂੰ ਪਾਕਿਸਤਾਨੀ ਖੂਫੀਆ ਏਜੰਸੀ ISI ਦਾ ਸਪੋਰਟਰ ਹੈ, ਸਪੋਰਟ ਕਰਨ ਵਾਲਾ ਇੱਕ ਟੈਰਰ ਮੋਡਿਊਲ ਹੈ ਜਿਹੜਾ ਆਜ਼ਾਦੀ ਦਿਹਾੜੇ ਦੇ ਉੱਤੇ ਧਮਾਕੇ ਕਰਨ ਦੀ ਤਿਆਰੀ ਕਰ ਰਿਹਾ ਸੀ। ਉਹਨਾਂ ਤੋਂ ਪਿਸਟਲ, ਕਾਰਤੂਸ, 3 ਹੈਂਡ ਗ੍ਰਨੇਡ ਅਤੇ IED ਬਰਾਮਦ ਹੋਈ ਸੀ। ਹੁਣ ਇਧਰਲੇ ਪਾਸੇ ਜਦੋਂ ਗੌਰਵ ਯਾਦਵ ਹੋਰਾਂ ਨੇ ਕਿਹਾ DGP ਸਾਹਿਬ ਨੇ,
ਤਾਂ ਦੂਸਰੇ ਪਾਸੇ ਅਰਸ਼ ਡੱਲਾ ਨੇ ਇੱਕ ਪੋਸਟ ਪਾਈ ਹੈ ਫੇਸਬੁੱਕ ਦੇ ਉੱਤੇ। ਉਹਨਾਂ ਨੇ ਲਿਖਿਆ ਕਿ ਮੇਰੇ ਭਰਾ ਦੀਪਕ ਮੋਗਾ ਅਤੇ ਸਨੀ ਈਸ਼ਾਪੁਰ ਤੇ ਅਤੇ ਮੇਰੇ ਹੋਰ 2 ਭਰਾਵਾਂ ਨੂੰ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਹੈ। ਉਹਨਾਂ ਕੋਲ 2 9mm ਪਿਸਤੌਲ ਅਤੇ 100 ਦੇ ਕਰੀਬ ਕਾਰਤੂਸ ਸੀ, ਪਰ ਕੋਈ ਬੰਬ ਜਾਂ ਗ੍ਰਨੇਡ ਨਹੀਂ ਸੀ। ਅਰਸ਼ ਲਿਖਦਾ, ਕਹਿੰਦਾ ਜਿਨ੍ਹਾਂ ਨੇ ਇਹ ਪਰਚਾ ਪਾਇਆ ਜੇ ਸੱਚੇ ਹੈ ਤਾਂ ਸਾਰੀ ਟੀਮ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਪੱਤਰਕਾਰਾਂ ਦੇ ਸਾਹਮਣੇ ਗੁਰੂ ਘਰ ਜਾਵੇ ਤੇ ਸਹੁੰ ਚੁੱਕੇ। ਇਹ ਬਿਨਾਂ ਵਜ੍ਹਾ ਤੋਂ ਮੈਨੂੰ ਤੇ ਮੇਰੇ ਵੀਰਾਂ ਨੂੰ ਅੱਤਵਾਦੀ ਬਣਾਉਣ ਜਾ ਰਹੇ ਨੇ। ਉਹ ਕਹਿੰਦਾ ਮੈਂ ਅਜੇ ਤੱਕ ਕੋਈ ਧਮਾਕਾ ਨਹੀਂ ਕੀਤਾ। ਮੇਰੇ ਨਾਲ ਕਹਿੰਦੇ ਤੀਸਰੀ ਵਾਰ ਹੋਣ ਜਾ ਰਿਹਾ ਹੈ। ਪਹਿਲਾਂ ਫਾਜ਼ਿਲਕਾ, ਫਿਰ ਗੁਰਦਾਸਪੁਰ ਸਾਈਡ ਤੇ ਹੁਣ ਮੋਹਾਲੀ। ਤਿੰਨੇ ਥਾਵਾਂ ਤੇ ਇਹ ਬੰਬ ਧਮਾਕਿਆਂ ਦੇ ਨਾਲ ਜਿਹੜਾ ਮੇਰਾ ਨਾਤਾ ਜੋੜਿਆ ਜਾ ਰਿਹਾ, ਇਹਦੇ ਨਾਲ ਮੇਰਾ ਕੋਈ ਲੈਣ ਦੇਣ ਨਹੀਂ ਸੀ। ਜੇ ਇਹ ਨਹੀਂ ਹਟ ਸਕਦੇ ਤਾਂ ਸਿੱਧਾ ਕੋਈ ਅਫਸਰ ਮੈਨੂੰ ਫੋਨ ਕਰਕੇ ਇਹ ਕਹਿ ਦੇਵੇ ਕਿ ਅਸੀਂ ਨਜਾਇਜ਼ ਕਰਨ ਤੋਂ ਨਹੀਂ ਹਟਣਾ, ਫਿਰ ਮੈਂ ਵੀ ਕਹਿੰਦੇ ਉਸੇ ਸਟਾਈਲ ਦੇ ਵਿੱਚ ਜਵਾਬ ਦੇਵਾਂਗਾ, ਕਿਉਂਕਿ ਇਹ ਮਜਬੂਰ ਕਰੀ ਜਾ ਰਹੇ ਹੈ, ਬਿਨਾਂ ਗੱਲ ਤੋਂ ਪਰਚੇ ਪਾ ਰਹੇ ਹੈ। ਅਰਸ਼ ਡੱਲਾ ਨੇ ਲਿਖਿਆ ਹੈ ਕਿ ਇਹਨਾਂ ਨੇ ਸਿਰਫ 2 ਜਣਿਆਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ, ਕਿਉਂਕਿ ਇਹਨਾਂ ਦੇ ਉਹ ਸਰਕਾਰੀ ਪ੍ਰਾਹੁਣੇ ਲੱਗਦੇ ਆ। ਇਹ ਲੋਕ ਆਪ ਹੀ ਜਵਾਕਾਂ ਤੋਂ ਕੰਮ ਕਰਵਾ ਕੇ ਫੜਾ ਦਿੰਦੇ ਆ ਤੇ ਫਿਰ ਮਰਵਾ ਦਿੰਦੇ ਆ। ਉਹ ਕਹਿੰਦੇ ਸਾਡੀ ਜ਼ਮੀਰ ਜਾਗਦੀ ਆ, ਸਾਨੂੰ ਮੰਨਣਾ ਮਨਜ਼ੂਰ ਹੈ, ਸਾਡੇ ਤੋਂ ਇਹ ਕੰਮ ਨਹੀਂ ਹੋਣਾ। ਜਦੋਂ ਇਹਨਾਂ ਦੇ ਮਰੇ ਸੀ ਉਦੋਂ ਤਾਂ ਇਹਨਾਂ ਨੇ ਸਾਡੇ ਭਰਾਵਾਂ ਨੂੰ ਟੌਰਚਰ ਕੀਤਾ, ਕਲਕੱਤੇ ਜਾ ਕੇ ਝੂਠਾ ਮੁਕਾਬਲਾ ਬਣਾ ਦਿੱਤਾ। ਉਹ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਜਗਰਾਵਾਂ ਦੀ ਅਨਾਜ ਮੰਡੀ ਦਾ ਜ਼ਿਕਰ ਕਰ ਰਿਹਾ ਬੇਸਿਕਲੀ ਉਹ ਇਸ਼ਾਰੇ ਦੇ ਨਾਲ ਜੈਪਾਲ ਭੁੱਲਰ ਦੇ ਮੁਕਾਬਲੇ ਦਾ ਜ਼ਿਕਰ ਕਰ ਰਿਹਾ, ਭਾਵੇਂ ਉਹਨਾਂ ਨੇ ਨਾਂ ਨਹੀਂ ਲਿਖਿਆ। ਤੁਹਾਨੂੰ ਯਾਦ ਹੋਣਾ ਕਿ ਜਦੋਂ ASIਆਂ ਦਾ ਕਤਲ ਕਰ ਦਿੱਤਾ ਸੀ, ਉਹਦੇ ਤੋਂ ਬਾਅਦ ਉਹ ਕਲਕੱਤੇ ਜਾ ਕੇ ਜੈਪਾਲ ਭੁੱਲਰ ਤੇ ਸਾਥੀਆਂ ਨੂੰ ਮਾਰ ਮੁਕਾਇਆ ਸੀ। ਤੇ ਨਾਲ ਉਹ ਲਿਖਿਆ ਕਿ ਫਿਰ ਕਦੇ ਕਲਕੱਤੇ ਜਾ ਕੇ ਮੁਕਾਬਲਾ ਬਣਾ ਦਿੰਦੇ ਆ। ਉਹ ਕਹਿੰਦੇ ਜਿਸ ਨੇ ਬੇਕਸੂਰ ਬੰਦਾ, ਜਿਸ ਦਾ ਕੋਈ ਕਸੂਰ ਨਹੀਂ ਸੀ, ਸਿੱਧੂ ਦਾ ਕਤਲ ਕਰਾਇਆ, ਉਹਨਾਂ ਨੂੰ ਇਹ ਮੰਤਰੀਆਂ ਵਾਂਗ ਮੀਡੀਆ ਵਿੱਚ ਮਸ਼ਹੂਰ ਕਰ ਰਹੇ ਆ। ਦੱਸਣਾ ਬਣਦਾ ਹੈ ਕਿ ਅਰਸ਼ ਦਾ ਪੁਲਿਸ ਵੱਲੋਂ ਮੋਸਟ ਵਾਂਟਡ ਦੀ ਸੂਚੀ ਦੇ ਵਿੱਚ ਨਾਮ ਹੈ। ਉਹ ਮੋਗਾ ਦਾ ਰਹਿਣ ਵਾਲਾ ਹੈ ਅਤੇ ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਪੰਜਾਬ ਦੇ ਵਿੱਚ ਕਈ ਕਤਲਾਂ ਵਿੱਚ ਉਹ ਸ਼ਾਮਲ ਰਿਹਾ ਹੈ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਉਸਨੇ ਪਾਕਿਸਤਾਨ ਤੋਂ RDX, ਕੁਝ ਹੋਰ ਧਮਾਕਾ ਖੇਸ ਸਮੱਗਰੀ ਅਤੇ AK-47 ਮੰਗਵਾ ਕੇ ਪੰਜਾਬ ਦੇ ਵਿੱਚ ਸਪਲਾਈ ਕੀਤੀਆਂ। ਅਰਸ਼ ਦੇ ਖਿਲਾਫ ਮਈ 2022 ਦੇ ਵਿੱਚ ਰੈੱਡ ਕਾਰਨਰ ਨੋਟਿਸ ਵੀ ਜਾਰੀ ਹੋ ਚੁੱਕਿਆ ਹੈ ਅਤੇ DGP ਗੌਰਵ ਯਾਦਵ ਦਾ ਇਹ ਵੀ ਕਹਿਣਾ ਹੈ ਕਿ ਕੈਨੇਡਾ ਤੋਂ ਭਾਰਤ ਲਿਆਉਣ ਦੇ ਲਈ ਉਹਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ। ਹੁਣ ਵੇਖਦੇ ਹਾਂ ਕਿ ਅਰਸ਼ ਦੀ ਇਸ ਪੋਸਟ ਤੋਂ ਬਾਅਦ ਦੂਸਰੇ ਪਾਸਿਓਂ ਕੀ ਆਖਿਆ ਜਾਂਦਾ ਹੈ, ਜਾਂ ਇਹ ਮਸਲਾ ਇੱਥੇ ਰਫਾ ਦਫਾ ਹੁੰਦਾ ਹੈ, ਜਾਂ ਅੰਦਰ ਖਾਤੇ ਦੀ ਜਾਂਚ ਚੱਲਦੀ ਰਹੇਗੀ, ਜਾਂ ਕਦੋਂ ਕੁਝ ਇੱਕ ਜਿਹੜੇ ਗੈਂਗਸਟਰ ਨੇ ਜਿਨ੍ਹਾਂ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕਿਆ ਹੈ, ਉਹਨਾਂ ਦੀ ਭਾਰਤ ਹਵਾਲਗੀ ਕਦੋਂ ਹੁੰਦੀ ਹੈ। ਤੇ ਅਗਲੀ ਜਿਹੜੀ ਖਬਰ ਹੈ ਉਹ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਲ ਸੰਬੰਧਿਤ ਹੈ। ਜੰਗਲਾਤ ਵਿਭਾਗ ਉਹਨਾਂ ਦੇ ਕੋਲ ਹੋਇਆ ਕਰਦਾ ਸੀ, ਕਰੋੜਾਂ ਰੁਪਏ ਦਾ ਉਹਦੇ 'ਚ ਭ੍ਰਿਸ਼ਟਾਚਾਰ ਹੋਇਆ ਤੇ ਉਸੇ ਮਸਲੇ ਦੇ ਵਿੱਚ ਸਾਧੂ ਸਿੰਘ ਧਰਮਸੋਤ ਇਸ ਵਕਤ ਨਾਭੇ ਦੀ ਜੇਲ੍ਹ 'ਚ ਬੈਠਾ ਹੈ ਤੇ ਫਿਲਹਾਲ ਉਹਨੂੰ ਰਾਹਤ ਕੋਈ ਨਹੀਂ ਮਿਲੀ, ਹੱਥ ਪੈਰ ਬਥੇਰੇ ਮਾਰ ਰਿਹਾ ਹੈ। ਧਰਮਸੋਤ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਦੇ ਬਾਰੇ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਕਈ ਨੇ ਆਖਿਆ ਕਿ ਇਸ ਮਸਲੇ ਦੇ ਵਿੱਚ ਚਲਾਨ ਪੇਸ਼ ਹੋ ਚੁੱਕਿਆ ਹੈ। ਹਾਈ ਕੋਰਟ ਨੇ ਹਾਲੇ ਉਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਤੇ ਅਗਲੀ ਸੁਣਵਾਈ 18 ਅਗਸਤ ਨੂੰ ਤੈਅ ਕਰ ਦਿੱਤੀ ਹੈ। ਸਾਧੂ ਸਿੰਘ ਧਰਮਸੋਤ ਦੇ ਉੱਤੇ ਰਿਸ਼ਵਤ ਲੈਣ ਦੇ ਵੀ ਦੋਸ਼ ਨੇ। ਜਿਹੜੇ ਜੰਗਲਾਤ ਵਿਭਾਗ ਦੇ ਵਿੱਚ ਕੁਝ ਅਫਸਰ ਸਨ, ਕਰਮਚਾਰੀ ਲਾਏ ਜਾਂਦੇ ਸੀ, ਉਹਨਾਂ ਤੋਂ ਪੈਸੇ ਲੈ ਕੇ, ਰਿਸ਼ਵਤ ਲੈ ਕੇ ਉਹਨਾਂ ਨੂੰ ਮਨਪਸੰਦ ਦੀ ਪੋਸਟਿੰਗ ਵੀ ਕੀਤੀ ਜਾਂਦੀ ਸੀ, ਮਨਪਸੰਦ ਦਾ ਸਟੇਸ਼ਨ ਵੀ ਦਿੱਤਾ ਜਾਂਦਾ ਸੀ। ਇਹ ਸਾਰੇ ਦੋਸ਼ ਲੱਗਣ ਤੋਂ ਬਾਅਦ ਵੱਡੇ ਤੜਕੇ ਅਮਲੋ ਰਿਹਾਇਸ਼ ਆ ਜਿਹੜੀ ਸੀ ਉਹਨਾਂ ਦੀ, ਉੱਥੋਂ ਉਹਨੂੰ ਗ੍ਰਿਫਤਾਰ ਕਰ ਲਿਆ ਸੀ। ਉੱਥੇ ਦੂਸਰੇ ਪਾਸੇ ਉਹਨਾਂ ਤੋਂ ਬਾਅਦ ਜਿਹੜੇ ਜੰਗਲਾਤ ਮੰਤਰੀ ਬਣੇ ਸਨ ਸੰਗਤ ਸਿੰਘ ਗਿਲਜ਼ੀਆਂ ਤੇ ਵੀ ਦੋਸ਼ ਨੇ, ਉਹ ਭੱਜੇ ਫਿਰਦੇ ਆ। ਹਾਲਾਂਕਿ ਮਾਨਯੋਗ ਅਦਾਲਤ ਨੇ ਉਹਨੂੰ ਰਾਹਤ ਦੇ ਦਿੱਤੀ ਸੀ। ਦੋਸ਼ ਉਹਨਾਂ ਤੇ ਵੀ ਹੈ ਕਿ ਮਿੱਟੀ ਉਹਨਾਂ ਨੇ ਵੀ ਵੇਚੀ, ਦਰਖਤ ਉਹਨਾਂ ਨੇ ਵੀ ਵਢਵਾਏ, ਰਿਸ਼ਵਤ ਉਹਨਾਂ ਨੇ ਵੀ ਲਈ, ਟਰੀ ਗਾਰਡ ਤੇ ਉਹਨਾਂ ਨੇ ਤਾਂ ਇੱਥੋਂ ਤੱਕ ਕਿ ਕੰਡਿਆਲੀ ਤਾਰ ਚੋਂ ਵੀ ਪੈਸੇ ਖਾਧੇ। ਸੰਗਤ ਸਿੰਘ ਗਿਲਜ਼ੀਆਂ ਦੇ ਭਤੀਜੇ ਦਲਜੀਤ ਸਿੰਘ ਗਿਲਜ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੋਇਆ ਹੈ। ਉਹਨੇ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੋਈ ਹੈ। ਦਲਜੀਤ ਗਿਲਜ਼ੀਆਂ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿ ਜਦੋਂ ਸੰਗਤ ਸਿੰਘ ਗਿਲਜ਼ੀਆਂ ਨੂੰ ਜ਼ਮਾਨਤ ਮਿਲ ਚੁੱਕੀ ਹੈ, ਫਿਰ ਦਲਜੀਤ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ। ਇਹਦੇ ਤੇ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ, ਹਾਲੇ ਜਾਂਚ ਪੂਰੀ ਨਹੀਂ ਹੋਈ
ਅਦਾਲਤ ਨੇ ਇਸ ਮਾਮਲੇ ਦੀ ਵੀ ਅਗਲੀ ਸੁਣਵਾਈ 18 ਅਗਸਤ ਨੂੰ ਤੈਅ ਕਰ ਦਿੱਤੀ ਹੈ। ਦੇਖਦੇ ਹਾਂ ਕਿ ਸਾਧੂ ਸਿੰਘ ਧਰਮਸੋਤ ਅਤੇ ਦਲਜੀਤ ਸਿੰਘ ਗਿਲਜ਼ੀਆਂ ਨੂੰ ਹਾਲੇ ਤੱਕ ਕੋਈ ਰਾਹਤ ਨਹੀਂ ਕਿ 18 ਅਗਸਤ ਨੂੰ ਕੋਈ ਰਾਹਤ ਮਿਲਦੀ ਹੈ ਜਾਂ ਫਿਰ ਨਹੀਂ। ਹੁਣ ਗੱਲ ਕਰਦੇ ਹਾਂ ਪੰਜਾਬ ਦੀ ਵਿਰੋਧੀ ਧਿਰ ਜਿਹੜੀ ਕਿਸੇ ਵਕਤ ਸੱਤਾਧਾਰੀ ਸੀ। ਆ ਸੱਤਾਧਾਰੀਆਂ ਨੇ ਚੰਦ ਚਾੜਿਆ ਜਿਨ੍ਹਾਂ ਦਾ ਮੈਂ ਜ਼ਿਕਰ ਕਰਕੇ ਹਟਿਆ, ਪਰ ਪਾਟੋ ਧਾੜ ਚੋਣਾਂ ਤੋਂ ਪਹਿਲਾਂ ਵੀ, ਚੋਣਾਂ ਦੇ ਦੌਰਾਨ ਵੀ ਤੇ ਚੋਣਾਂ ਤੋਂ ਬਾਅਦ ਵੀ ਹੁਣ ਨਜ਼ਰ ਆ ਰਹੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਇਸ ਵਕਤ ਰਾਜਾ ਵੜਿੰਗ, ਉਹਨਾਂ ਵੱਲੋਂ ਸੰਦੀਪ ਜਾਖੜ ਦੇ ਉੱਤੇ ਬੀਤੇ ਦਿਨੀ ਸ਼ਬਦੀ ਹਮਲੇ ਕੀਤੇ ਗਏ ਸੀ। ਦੱਸਣਾ ਬਣਦਾ ਹੈ ਕਿ ਅਬੋਹਰ ਤੋਂ ਵਿਧਾਇਕ ਨੇ ਸੰਦੀਪ ਜਾਖੜ, ਜਿਹੜੇ ਰਾਜਾ ਵੜਿੰਗ ਨੇ ਕੁਝ ਹਮਲੇ ਕੀਤੇ ਸੀ, ਉਹਦੇ ਤੋਂ ਬਾਅਦ ਸੰਦੀਪ ਜਾਖੜ ਬੋਲਿਆ, ਉਹ ਕਹਿੰਦੇ ਮੈਂ ਰਾਜਾ ਵੜਿੰਗ ਤੋਂ ਡਰਦਾ ਤਾਂ ਨਹੀਂ, ਉਹ ਮੈਨੂੰ ਪਾਰਟੀ ਚੋਂ ਕੱਢ ਦੇਣ, ਉਹ ਵੀ ਨਹੀਂ ਮੇਰੇ ਤੋਂ ਡਰਦੇ ਹੋਣੇ, ਕਹਿੰਦਾ ਮੈਨੂੰ ਪਾਰਟੀ ਤੋਂ ਕੱਢ ਦੇਣ। ਉਹਨਾਂ ਨੇ ਵੜਿੰਗ ਦੀ ਨਿਖੇਧੀ ਕਰਦਿਆਂ ਜਨਤਕ ਤੌਰ ਤੇ ਆਪਣੇ ਖਿਲਾਫ ਕੀਤੇ ਜਾ ਰਹੇ ਗੁੱਸੇ ਨੂੰ ਅਪਵਿੱਤਰਤਾ ਕਰਾਰ ਦਿੱਤਾ ਹੈ। ਉਹ ਆਪਣੇ ਹਲਕੇ ਦੇ ਲੋਕਾਂ ਦੀ ਕਹਿੰਦੇ ਭਲਾਈ ਲਈ ਕੰਮ ਕਰਦੇ ਆ ਤੇ ਕਰਦੇ ਰਹਿਣਗੇ। ਸੰਦੀਪ ਜਾਖੜ ਦੱਸਣਾ ਬਣਦਾ ਹੈ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਜਿਹੜੇ ਹੁਣ ਭਾਜਪਾ ਦੇ ਵਿੱਚ ਨੇ, ਸੁਨੀਲ ਜਾਖੜ, ਉਹਨਾਂ ਦੇ ਭਤੀਜੇ ਹੈ, ਜੋ ਇਸੇ ਸਾਲ ਮਈ ਮਹੀਨੇ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸੀ। ਅਸਲ ਦੇ ਵਿੱਚ ਅਬੋਹਰ ਦੇ ਵਿੱਚ 6 ਰੋਜ਼ਾ ਤਿਰੰਗਾ ਯਾਤਰਾ ਦਾ ਆਖਰੀ ਪੜਾਅ ਸੀ ਬੀਤੇ ਐਤਵਾਰ ਨੂੰ। ਉੱਥੇ ਇੱਕ ਜਨਤਕ ਸਮਾਗਮ ਦੇ ਦੌਰਾਨ ਅਮਰਿੰਦਰ ਰਾਜਾ ਵੜਿੰਗ ਨੇ ਸੰਦੀਪ ਜਾਖੜ ਨੂੰ ਕਾਂਗਰਸ ਤੋਂ ਅਸਤੀਫਾ ਦੇਣ ਅਤੇ ਵੋਟਰਾਂ ਦੇ ਸਮਰਥਨ ਬਾਰੇ ਉਹ ਕਹਿੰਦੇ ਜੇ ਉਹਨਾਂ ਨੂੰ ਇੰਨਾ ਭਰੋਸਾ ਹੈ ਤਾਂ ਨਵਾਂ ਫਤਵਾ ਦੇਣ, ਉਹ ਅਸਤੀਫਾ ਦੇਣ ਤੇ ਦੁਬਾਰਾ ਚੋਣ ਲੜ ਕੇ ਦੇਖ ਲੈਣ। ਦੱਸਣਾ ਬਣਦਾ ਹੈ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਆਖਿਆ ਸੀ ਕਿ ਅਬੋਹਰ ਦੇ ਲੋਕਾਂ ਲਈ ਇਹ ਦੂਰਾ ਜਸ਼ਨ ਹੈ। ਇੱਕ ਤਾਂ ਕਹਿੰਦੇ ਆਜ਼ਾਦੀ ਦੀ ਵਰ੍ਹੇਗੰਢ ਹੈ, ਦੂਸਰਾ ਜਸ਼ਨ ਇਹ ਕਿ ਜਾਖੜਾਂ ਤੋਂ ਵੀ ਆਜ਼ਾਦੀ ਹਾਸਲ ਕੀਤੀ ਹੈ। ਉਹ ਕਹਿੰਦੇ ਇਹਨਾਂ ਨੇ ਕਾਂਗਰਸ ਪਾਰਟੀ ਨੂੰ ਇੰਜ ਸਮਝ ਲਿਆ ਸੀ ਜਿਵੇਂ ਉਮਰ ਭਰ ਦਾ ਇਹਨਾਂ ਨੇ ਠੇਕਾ ਲੈ ਲਿਆ ਹੋਵੇ। ਉਹਨੇ ਸੁਨੀਲ ਜਾਖੜ ਤੇ ਵਰਦਿਆਂ ਕਿਹਾ ਸੀ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਦੇ ਨਾਲ ਧੋਖਾ ਕੀਤਾ ਸੁਨੀਲ ਜਾਖੜ ਨੇ ਅਤੇ ਇਸ ਦੀਆਂ ਸੰਭਾਵਨਾਵਾਂ ਨੂੰ ਤੋੜਨ ਦਾ ਦੋਸ਼ ਲਾਇਆ ਸੀ। ਵੜਿੰਗ ਨੇ ਆਖਿਆ ਸੀ ਕਿ ਅਸਲ ਦੇ ਵਿੱਚ ਜਾਖੜ ਪਰਿਵਾਰ ਨੇ ਵਫਾ ਨਹੀਂ ਕੀਤੀ ਕਾਂਗਰਸ ਦੇ ਨਾਲ। ਹੁਣ ਇਸ ਮਸਲੇ ਦੇ ਉੱਤੇ ਫਿਰ ਸੰਦੀਪ ਜਾਖੜ ਦੀ ਪ੍ਰਤੀਕਿਰਿਆ ਆਈ ਹੈ। ਉਹ ਕਹਿੰਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਨੁਸ਼ਾਸਨ ਦੀ ਗੱਲ ਕੀਤੀ ਹੈ, ਦੂਜਿਆਂ ਨੂੰ ਪਾਰਟੀ ਦੇ ਮਾਮਲੇ ਵਿੱਚ ਜਨਤਕ ਤੌਰ ਤੇ ਉਹ ਕੱਢਣ ਦੀਆਂ ਗੱਲਾਂ ਕਰਦੇ ਆ। ਉਹ ਕਹਿੰਦੇ ਸੁਨੀਲ ਜਾਖੜ ਨੇ ਪਾਰਟੀ ਸ਼ਰੇਆਮ ਬਦਲੀ ਹੈ, ਪਰ ਮੈਂ ਤਾਂ ਕੋਈ ਪਾਰਟੀ ਬਦਲਣ ਦੀ ਕਦੇ ਗੱਲ ਨਹੀਂ ਕੀਤੀ, ਮੈਂ ਤਾਂ ਕੋਈ ਕਾਂਗਰਸ ਵਿਰੋਧੀ ਕਦੇ ਬਿਆਨ ਨਹੀਂ ਦਿੱਤਾ। ਪਰ ਹੁਣ ਇੱਥੇ ਟਿੱਪਣੀ ਕਰੀਏ ਜੇ ਤੁਸੀਂ ਇਹ ਦੇਖੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਜਿਹੜੀ ਕਾਂਗਰਸ ਦੀ ਸੰਸਦ ਮੈਂਬਰ ਹੈ, ਅਮਰਿੰਦਰ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਨੇ, ਕਰੋ ਵੀ ਉਹਦਾ ਕੀ ਕਰਦੇ ਹੋ। ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਛੱਡੀ ਤੇ ਆਪਣੀ ਨਵੀਂ ਪਾਰਟੀ ਬਣਾਈ ਪੰਜਾਬ ਲੋਕ ਕਾਂਗਰਸ। ਪ੍ਰਨੀਤ ਕੌਰ ਨੇ ਨਾ ਹਾਲੇ ਤੱਕ ਕਾਂਗਰਸ ਛੱਡੀ ਹੈ ਨਾ ਕਾਂਗਰਸ ਨੂੰ ਕੱਢ ਰਹੀ ਹੈ। ਇੱਕ ਵਾਰੀ ਕਾਰਨ ਦੱਸੋ ਨੋਟਿਸ ਵੀ ਜਾਰੀ ਹੋਇਆ ਸੀ, ਕੋਈ ਜਵਾਬ ਨਹੀਂ ਦਿੱਤਾ, ਮੁੜ ਕੇ ਕੋਈ ਕਾਰਵਾਈ ਨਹੀਂ ਕੀਤੀ। ਦੂਸਰੇ ਪਾਸੇ ਗੱਲਾਂ ਅਨੁਸ਼ਾਸਨ ਦੀਆਂ ਹੋ ਰਹੀਆਂ ਨੇ। ਚੋਣਾਂ ਤੋਂ ਪਹਿਲਾਂ ਭਾਜਪਾ ਦੇ ਆਗੂਆਂ ਨਾਲ ਵੀ ਤੇ ਪੰਜਾਬ ਲੋਕ ਕਾਂਗਰਸ ਦੇ ਆਗੂਆਂ ਨਾਲ ਮੀਟਿੰਗਾਂ ਵੀ ਕਰਦੇ ਰਹੇ। ਫਿਰ ਉਹਨਾਂ ਨੂੰ ਇੱਕ ਵਾਰੀ ਪੁੱਛ ਵੀ ਲਿਆ ਸੀ ਕਿ ਕਿਹਦੀ ਸਪੋਰਟ ਕਰੋਗੇ। ਉਹ ਕਹਿੰਦੇ ਪਾਰਟੀ ਬਾਅਦ 'ਚ, ਪਰਿਵਾਰ ਪਹਿਲਾਂ। ਹੁਣ ਕੁਝ ਕੁ ਦਿਨ ਪਹਿਲਾਂ ਉਹਨਾਂ ਨੇ ਫਿਰ ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਦੇ ਆਗੂਆਂ ਨੂੰ ਮੋਤੀ ਮਹਿਲ ਦੇ ਵਿੱਚ ਬਿਠਾ ਕੇ ਮੀਟਿੰਗ ਕੀਤੀ ਹੈ। ਪ੍ਰਚਾਰ ਭਾਜਪਾ ਤੇ ਪੰਜਾਬ ਲੋਕ ਕਾਂਗਰਸ ਦੇ ਹੱਕ 'ਚ ਮੀਟਿੰਗਾਂ ਉਹਨਾਂ ਆਗੂਆਂ ਦੇ ਨਾਲ। ਤੇ ਜਦੋਂ ਰਾਜਾ ਵੜਿੰਗ ਪ੍ਰਧਾਨ ਬਣੇ ਉਹ ਕਹਿੰਦੇ ਸੀ ਇਹ ਨਹੀਂ ਚੱਲਣਾ, ਇਹ ਨਹੀਂ ਮੈਂ ਚੱਲਣ ਦੇਊਂਗਾ। ਪਰ ਹੁਣ ਤਾਂ ਰਾਜਾ ਵੜਿੰਗ ਨੂੰ ਪ੍ਰਧਾਨ ਬਣਿਆ ਵੀ ਕਈ ਮਹੀਨੇ ਹੋ ਗਏ। ਰਾਜਾ ਵੜਿੰਗ ਸਾਹਿਬ ਸਪਸ਼ਟ ਕਰੋ ਕਿ ਕੋਈ ਕਾਰਵਾਈ ਕਰਨੀ ਹੈ ਜਾਂ ਨਹੀਂ। ਮੰਨ ਲਓ ਤੁਸੀਂ ਸਿੱਧੀ ਕਾਰਵਾਈ ਨਹੀਂ ਕਰ ਸਕਦੇ, ਤੁਸੀਂ ਹਾਈ ਕਮਾਂਡ ਨੂੰ ਤਾਂ ਕਹੋ ਕਿ ਜਾਂ ਆਰ ਚੱਲੋ ਜਾਂ ਪਾਰ ਚੱਲੋ। ਆ ਮਝਧਾਰ ਕੀ ਹੈ, ਦੱਸ ਸਕਦੇ ਨੇ ਕਿ ਕੀ ਪ੍ਰਨੀਤ ਕੌਰ ਕਾਂਗਰਸ ਦੀ ਸੰਸਦ ਹੈ ਜਾਂ ਉਹ ਭਾਜਪਾ ਦੀ ਸੰਸਦ ਹੈ, ਪੰਜਾਬ ਲੋਕ ਕਾਂਗਰਸ ਦੀ ਸੰਸਦ ਹੈ। ਹਾਲਾਂਕਿ ਟਿਕਟ ਕਾਂਗਰਸ ਦੀ ਮਿਲੀ ਸੀ, ਉਹਨਾਂ ਨੂੰ ਵੀ ਪਤਾ ਹੈ ਜੇ ਮੈਂ ਪਾਰਟੀ ਛੱਡਦੀ ਹਾਂ ਤੇ ਮੇਰੀ ਮੈਂਬਰਸ਼ਿਪ ਜਾਊਗੀ। ਪਰ ਕਾਂਗਰਸ ਵਾਲੇ ਕਿਉਂ ਨਹੀਂ ਭੇਜਦੇ ਉਹਨੂੰ ਬਾਹਰ? ਕਾਂਗਰਸ ਵਾਲੇ ਕਿਉਂ ਨਹੀਂ ਹੌਸਲਾ ਕਰਦੇ? ਰਾਜਾ ਵੜਿੰਗ ਜੀ ਉਹ ਪੰਜਾਬ ਨਾਲ ਸੰਬੰਧਿਤ ਨੇ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੁਸੀਂ ਹੋ। ਹਾਈ ਕਮਾਂਡ ਦੇ ਅੱਗੇ ਜਾ ਕੇ ਰੋਵੋ, ਪਿੱਟੋ ਕਿ ਮੈਂ ਦੱਸੋ ਕਾਰਵਾਈਆਂ ਕਿਵੇਂ ਕਰਾਂ। ਲੋਕ ਮੈਨੂੰ ਆਹ ਸਵਾਲ ਪੁੱਛਦੇ ਨੇ, ਕੀ ਜਵਾਬ ਦਿਆਂ। ਤੇ ਅਗਲੀ ਜਿਹੜੀ ਖਬਰ ਹੈ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਰਅਸਲ ਇੱਕ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ। ਅਪੀਲ ਵੀ ਕਾਹਦੀ? 4 ਸੂਤਰੀ ਫਾਰਮੂਲਾ ਦਿੱਤਾ ਹੈ।
4 सूत्री फार्मूला कहते भारत नंबर 1 बन सकता है। ਉਹਦੇ ਵਿੱਚ ਆਖਿਆ ਕੀ ਹੈ कि पूरे भारत ਵਿੱਚ ਸਕੂਲੀ ਸਿੱਖਿਆ ਤੇ ਸਿਹਤ ਸਹੂਲਤਾਂ ਬਿਹਤਰ ਬਣਾਓ ਜਿਵੇਂ ਅਸੀਂ ਬਣਾਈਆਂ ਨੇ। ਉਹ ਕਹਿੰਦੇ ਤੇ ਭਾਰਤ ਨੂੰ ਕੋਈ ਨਹੀਂ ਡੱਕ ਸਕਦਾ ਕਿ ਭਾਰਤ ਦੁਨੀਆ ਦਾ ਨੰਬਰ 1 ਮੁਲਕ ਨਾ ਬਣੇ। ਅਸਲ ਦੇ ਵਿੱਚ ਆਨਲਾਈਨ ਪੱਤਰਕਾਰ ਸੰਮੇਲਨ ਦੇ ਵਿੱਚ ਉਹਨਾਂ ਨੇ ਇਹ ਗੱਲਾਂ ਆਖੀਆਂ ਨੇ। ਉਹਨਾਂ ਨੇ ਕੇਂਦਰ ਦੀ ਸੱਤਾਧਾਰੀ ਧਿਰ ਭਾਜਪਾ ਨੂੰ ਆਖਿਆ ਕਿ ਕੇਂਦਰ ਸਰਕਾਰ ਮੁਫਤ ਸਿੱਖਿਆ ਤੇ ਸਿਹਤ ਸੇਵਾਵਾਂ ਮੁਫਤ ਦੇ ਵਿੱਚ ਦੇਵੇ ਤੇ ਜਿਹੜੇ ਇਹ ਸਹੂਲਤਾਂ ਦੇਣੀਆਂ ਚਾਹੁੰਦੇ ਉਹਨਾਂ ਨੂੰ ਮੁਫਤ ਦੀ ਰਿਓੜੀ ਨਾ ਆਖੇ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਹਾਨੂੰ ਚੇਤੇ ਹੋਣਾ ਕਿ ਬੀਤੇ ਮਹੀਨੇ ਯੂਪੀ ਦੇ ਬੁਦੇਲਖੰਡ ਦੇ ਵਿੱਚ ਐਕਸਪ੍ਰੈਸਵੇ ਦਾ ਉਦਘਾਟਨ ਕਰਨ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਹੁੰਦਿਆਂ ਆਖਿਆ ਸੀ ਕਿ ਆ ਜਿਹੜਾ ਰਿਓੜੀ ਕਲਚਰ ਹੈ ਇਹ ਤੋਂ ਚੌਕਸ ਰਹੋ। ਉਹਨਾਂ ਨੇ ਇਹ ਵੀ ਆਖਿਆ ਸੀ ਕਿ ਮੁਲਕ ਦੇ ਵਿਕਾਸ ਵਾਸਤੇ ਇਹ ਬੇਹੱਦ ਘਾਤਕ ਹੈ। ਉਹਦੇ ਤੋਂ ਬਾਅਦ ਵੀ ਕੇਜਰੀਵਾਲ ਨੇ ਤੇ ਸੰਜੇ ਸਿੰਘ ਨੇ ਆਖਿਆ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਜਿਹੜਾ ਜਹਾਜ਼ ਖਰੀਦਿਆ ਪੈਸੇ ਲਾ ਕੇ ਨਹੀਂ ਲਿਆਏ, ਇਹ ਲੋਕਾਂ ਨੇ, ਲੋਕਾਂ ਦੇ ਪੈਸਿਆਂ ਦਾ ਹੈ। ਨਵਾਂ ਘਰ ਬਣਾਇਆ ਲੋਕਾਂ ਦੇ ਪੈਸਿਆਂ ਦਾ ਹੈ। ਜਿਹੜਾ ਟੇਬਲ, ਜਿਹੜਾ ਪੈਨ, ਜਿਹੜੀ ਕੁਰਸੀ ਤੇ ਬੈਠਦੇ ਹੋ ਲੋਕਾਂ ਦਾ। ਜੇ ਏਸੀ ਡੱਬੇ ਦੇ ਵਿੱਚ ਸਫ਼ਰ ਕਰਦੇ ਆ, ਮੁਫਤ 'ਚ ਕਰਦੇ ਆ, ਉਹ ਲੋਕਾਂ ਕਾਰਨ। ਹਵਾਈ ਯਾਤਰਾ ਕਰਦੇ ਆ ਲੋਕਾਂ ਕਾਰਨ। ਜੇ ਕਹਿੰਦੇ ਤੁਸੀਂ ਸਾਰਾ ਕੁਝ ਮੁਫਤ ਦੇ ਵਿੱਚ ਸਹੂਲਤਾਂ ਲੈਂਦੇ ਹੋ, ਜੇ ਲੋਕਾਂ ਨੂੰ ਲੋਕਾਂ ਦੇ ਪੈਸਿਆਂ 'ਚ ਕੋਈ ਸਹੂਲਤ ਦੇ ਦਿੱਤੀ ਤਾਂ ਮੁਫਤ ਦੀਆਂ ਰਿਓੜੀਆਂ ਨਾ ਆਖੋ, ਲੋਕਾਂ ਦਾ ਹੱਕ ਬਣਦਾ ਹੈ। ਤੇ ਹੁਣ ਕੇਜਰੀਵਾਲ ਨੇ ਆਖਿਆ ਕਿ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ ਮੁਫਤ ਵਾਲੀਆਂ ਰਿਓੜੀਆਂ ਕਹਿਣੀਆਂ ਬੰਦ ਕਰੋ, ਤੁਸੀਂ ਤਾਂ ਗੱਚਕ ਆਪਣੇ ਆਪ ਚਾਰੀ ਜਾਂਦੇ ਹੋ। ਤੇ ਹੁਣ ਜਿਹੜਾ 4 ਸੂਤਰੀ ਫਾਰਮੂਲਾ ਦਿੱਤਾ ਉਹਦਾ ਜ਼ਿਕਰ ਕਰੀਏ। ਉਹਨਾਂ ਨੇ ਆਖਿਆ ਕਿ ਬੱਚਿਆਂ ਦੇ ਬਿਹਤਰ ਭਵਿੱਖ ਲਈ, ਭਾਰਤ ਨੂੰ ਅਮੀਰ ਬਣਾਉਣ ਲਈ ਇਸ ਮਸਲੇ ਤੇ ਕਹਿੰਦੇ ਹੱਲ ਕਰੋ ਤੇ ਗੱਲ ਕਰੋ। ਪਹਿਲਾ ਕਿ ਭਾਰਤ ਦੇ ਅੰਦਰ ਜਿੰਨੇ ਵੀ ਸਰਕਾਰੀ ਸਕੂਲ ਨੇ ਉਹਨਾਂ 'ਚ ਸੁਧਾਰ ਕਰੋ, ਉਹਨਾਂ ਨੂੰ ਸ਼ਾਨਦਾਰ ਬਣਾਓ। ਦੂਸਰਾ, ਵੱਡੇ ਪੱਧਰ ਤੇ ਸਰਕਾਰੀ ਸਕੂਲ ਖੋਲ੍ਹੋ, ਪਹਿਲੇ ਜਿਹੜੇ ਹੈਗੇ ਠੀਕ ਆ, ਹੋਰ ਖੋਲ੍ਹੋ। ਤੀਸਰਾ, ਭਾਰਤ ਭਰ ਦੇ ਵਿੱਚ ਜਿੰਨੇ ਵੀ ਕੱਚੇ ਅਧਿਆਪਕ ਨੇ ਉਹਨਾਂ ਨੂੰ ਪੱਕੀ ਨੌਕਰੀ ਦਿਓ। ਚੌਥੀ ਗੱਲ, ਅਧਿਆਪਕਾਂ ਨੂੰ ਸ਼ਾਨਦਾਰ ਟ੍ਰੇਨਿੰਗ ਦਿਓ। ਜੇ ਜ਼ਰੂਰਤ ਪਵੇ ਤਾਂ ਵਿਦੇਸ਼ ਵਿੱਚ ਵੀ ਭੇਜ ਕੇ ਉਹਨਾਂ ਤੋਂ ਟ੍ਰੇਨਿੰਗ ਦਿਵਾਓ ਉਹਨਾਂ ਨੂੰ। ਉਹ ਕਹਿੰਦੇ ਇਹ ਚਾਰੇ ਗੱਲਾਂ ਪੂਰੀਆਂ ਕਰਕੇ ਦੇਖ ਲਓ, ਕੋਈ ਨਹੀਂ ਡੱਕ ਸਕਦਾ ਭਾਰਤ ਦੁਨੀਆ ਦੇ ਵਿੱਚੋਂ ਅਮੀਰ ਮੁਲਕ ਬਣ ਜਾਊਗਾ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਭ 5 ਸਾਲਾਂ 'ਚ ਹੋ ਸਕਦਾ ਹੈ। ਉਹ ਕਹਿੰਦੇ ਅਸੀਂ ਦਿੱਲੀ 'ਚ ਸਭ ਕੁਝ ਕਰਕੇ ਵਿਖਾ ਰਹੇ ਹਾਂ ਤੇ ਮੈਂ ਤੁਹਾਨੂੰ ਅਪੀਲ ਕਰਦਾ ਕਿ ਸਰਕਾਰੀ ਸਕੂਲਾਂ ਅਤੇ ਸਿਹਤ ਕੇਂਦਰਾਂ ਨੂੰ ਬਿਹਤਰ ਬਣਾ ਦਿਓ ਤੇ ਸਾਡੀ ਵਿਸ਼ੇਸ਼ਤਾ ਦਾ ਇਸਤੇਮਾਲ ਕਰੋ। ਹੁਣ ਕੀ ਸੱਚਮੁੱਚ ਸਿੱਖਿਆ ਤੇ ਸਿਹਤ, ਅਸਲ ਦੇ ਵਿੱਚ ਗੱਲ ਇਹ ਸੱਚੀ ਹੈ, ਜਿਹੜਾ ਬੰਦਾ ਸਿੱਖਿਅਤ ਹੈ ਨਾ ਉਹ ਕੁਝ ਵੀ ਕਰ ਸਕਦਾ। ਸਿੱਖਿਅਤ ਹੋਣ ਦੇ ਨਾਲ ਨਾਲ ਜਿਹੜਾ ਤੰਦਰੁਸਤ ਹੈ ਉਹ ਆਪਣੇ ਮੁਲਕ ਦੀ ਇਕਨੋਮੀ 'ਚ ਹਿੱਸਾ ਪਾ ਸਕਦਾ, ਆਪਣੇ ਮੁਲਕ ਦੀ ਬਿਹਤਰੀ ਵਾਸਤੇ ਸੋਚ ਸਕਦਾ। ਹੁਣ ਇਹ ਦੋਵੇਂ ਚੀਜ਼ਾਂ ਜੇਕਰ ਭਾਰਤ ਵਰਗਾ ਮੁਲਕ ਕਰ ਦੇਵੇ ਕਿ ਸਿੱਖਿਆ ਵੀ ਅਤੇ ਸਿਹਤ ਵੀ, ਇਸ ਮਸਲੇ ਤੇ ਧਿਆਨ ਦੇਵੇ, ਸੱਚਮੁੱਚ ਬਹੁਤ ਜ਼ਿਆਦਾ ਸੁਧਾਰ ਹੋ ਸਕਦਾ ਹੈ। ਪਰ ਸਵਾਲ ਇਸ ਗੱਲ ਦਾ ਹੈ ਕਿ ਜੇਕਰ ਲੋਕ ਜਾਗਰਿਤ ਹੋ ਗਏ, ਲੋਕ ਪੜ੍ਹ ਗਏ, ਲੋਕ ਲਿਖ ਗਏ, ਫਿਰ ਕਿਤੇ ਇਹਨਾਂ ਨੂੰ ਸਵਾਲ ਤਾਂ ਨਹੀਂ ਪੁੱਛਣ ਲੱਗ ਜਾਣਗੇ। ਉਹ ਸਵਾਲ ਕਿਹੜੇ ਪੁੱਛਣਗੇ? ਆਹ ਖਬਰ ਤੁਸੀਂ ਆਪ ਪੜ੍ਹਿਓ, ਆਪ ਸੁਣਿਓ। ਤੁਸੀਂ ਇਹ ਦੇਖੋ ਕਿ ਅੱਜ ਅਸੀਂ 75ਵੀਂ ਵਰ੍ਹੇਗੰਢ ਮਨਾ ਕੇ ਹਟੇ ਹਾਂ। 83 ਮਿੰਟ ਭਾਰਤ ਦੇ ਪ੍ਰਧਾਨ ਮੰਤਰੀ ਨੇ ਮੁਲਕ ਨੂੰ ਸੰਬੋਧਨ ਕੀਤਾ ਹੈ। ਉਹਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਗੱਲਾਂ ਆਖੀਆਂ ਨੇ। ਕਹਿੰਦੇ ਮੇਰੇ ਤਾਂ ਕੰਨ ਤਰਸ ਗਏ ਸੀ ਆਹ ਤੋਪ ਦੀ ਆਵਾਜ਼ ਸੁਣਨ ਦੀ, ਕਿਉਂਕਿ ਉਹ ਭਾਰਤ ਨੇ ਖੁਦ ਤੋਪ ਬਣਾਈ ਹੈ। ਠੀਕ ਹੈ, ਅਸੀਂ ਤੋਪਾਂ ਬਣਾ ਲਈਆਂ, ਅਸੀਂ ਹੋਰ ਬਹੁਤ ਕੁਝ ਬਣਾ ਲਿਆ ਤੇ ਹੋਰ ਬਹੁਤ ਕੁਝ ਬਣਾਵਾਂਗੇ ਵੀ, ਪਰ ਹਾਲੇ ਤੱਕ ਸਾਡੇ ਕੋਲੋਂ ਹਸਪਤਾਲ ਨਹੀਂ ਬਣੇ। ਜੇ ਸਕੂਲ ਬਣ ਗਏ ਤਾਂ ਸਾਡੇ ਕੋਲੋਂ ਅਧਿਆਪਕ ਨਹੀਂ ਦਿੱਤੇ ਗਏ। ਆਹ ਸੁਣ ਲਿਓ ਹੁਣ ਖਬਰ, ਸੱਚਮੁੱਚ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਕੱਢ ਦੇਊਗੀ। ਮੱਧ ਪ੍ਰਦੇਸ਼ ਦੇ ਵਿੱਚ ਪੈਂਦਾ ਅਨੂਪਪੁਰ ਜ਼ਿਲ੍ਹਾ। ਅਨੂਪਪੁਰ ਜ਼ਿਲ੍ਹੇ ਵਿੱਚ ਕੁਝ ਪਿੰਡ ਵਾਸੀਆਂ ਨੇ ਨਰਮਦਾ ਨਦੀ 'ਚ ਹੜ੍ਹ ਆਉਣ ਦੇ ਕਾਰਨ ਜਦੋਂ ਇੱਕ ਦੂਸਰਾ ਪਿੰਡ ਦੂਸਰੇ ਨਾਲ ਟੁੱਟ ਗਿਆ ਤਾਂ ਉਹਨਾਂ ਨੇ ਹੱਲ ਕੀ ਕੀਤਾ, ਔਰ ਉਹ ਵੀ ਇੱਕ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਆਪਣੇ ਪਿੰਡ ਲਿਆਉਣ ਵਾਸਤੇ ਕੀਤਾ। ਟਿਊਬ ਨਾਲ ਲਾਸ਼ ਬੰਨੀ, ਟਿਊਬ ਨਾਲ ਲਾਸ਼ ਬੰਨ੍ਹ ਕੇ ਨਦੀ ਪਾਰ ਕੀਤੀ। ਇਹ ਘਟਨਾ ਹੈ ਤਾਂ ਬੜੀ ਨਿੰਦਣਯੋਗ, ਦਰਦਨਾਕ ਵੀ ਹੈ। ਵੀਡੀਓ ਬਣਾਉਣਾ ਸਾਡਾ ਹੁਣ ਸੁਭਾਅ ਹੋ ਗਿਆ। ਲਾਸ਼ ਨੂੰ ਟਿਊਬ ਨਾਲ ਬੰਨ੍ਹ ਕੇ ਲਈ ਆਉਂਦੇ ਨੇ, ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਤੇ ਉਹਦੇ ਤੋਂ ਬਾਅਦ ਇਹ ਖਬਰ ਦਾ ਸੱਚਮੁੱਚ ਜੰਗਲ ਦੀ ਅੱਗ ਵਾਂਗ ਫੈਲਣਾ ਸੁਭਾਵਿਕ ਸੀ ਤੇ ਭੁਚਾਲ ਆਇਆ ਪਿਆ।
ਹੁਣ ਇਸ ਮਸਲੇ ਦੀ ਉੱਤੇ ਜਾਂਚ ਦਾ ਆਦੇਸ਼ ਵੀ ਦੇ ਦਿੱਤਾ ਗਿਆ। ਇੱਕ ਅਧਿਕਾਰੀ ਨੇ ਦੱਸਿਆ ਕਿ ਅਨੂਪਪੁਰ ਜ਼ਿਲ੍ਹੇ ਦੇ ਠਾੜ ਪਾਠਰ ਪਿੰਡ ਤੋਂ ਵਿਸ਼ਮਤ ਨੰਦਾ, ਜਿਨ੍ਹਾਂ ਦੀ ਉਮਰ 55 ਵਰ੍ਹਿਆਂ ਦੀ ਸੀ, ਬੀਤੇ ਐਤਵਾਰ ਨੂੰ ਗੁਆਂਢੀ ਜਿਹੜੇ ਡੰਡੋਰੀ ਦੇ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਸੀ। ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਉੱਥੇ ਮੌਤ ਹੁੰਦੀ ਹੈ। ਜ਼ਿਲ੍ਹੇ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਐਸਸੀ ਰਾਏ ਨੇ ਦੱਸਿਆ ਕਿ ਦਿਲ ਦਾ ਦੌਰਾ ਪੈਣ ਤੋਂ ਬਾਅਦ ਜਦੋਂ ਮੌਤ ਹੋ ਗਈ, ਕੁਝ ਪਿੰਡ ਵਾਲੇ ਉਸ ਨੂੰ ਡੰਡੋਰੀ ਦੇ ਜ਼ਿਲ੍ਹਾ ਹਸਪਤਾਲ ਲੈ ਕੇ ਗਏ ਸੀ। ਮੌਤ ਤੋਂ ਬਾਅਦ ਹੁਣ ਉਹਨੂੰ ਪਿੰਡ ਤਾਂ ਲੈ ਕੇ ਆਉਣਾ ਸੀ। ਹੁਣ ਰਸਤੇ ਦੇ ਵਿੱਚ ਨਦੀ ਪੈਂਦੀ ਹੈ ਨਰਮਦਾ, ਉਹਦੇ ਵਿੱਚ ਪਾਣੀ ਜ਼ਿਆਦਾ ਹੜ੍ਹ ਆਇਆ ਹੋਇਆ। ਇਸ ਵਾਸਤੇ ਉਹ ਕਹਿੰਦੇ ਲਾਸ਼ ਲਿਜਾਣ ਦੇ ਵਾਸਤੇ ਠਾੜ ਪਾਠਰ ਤੋਂ ਐਂਬੂਲੈਂਸ ਬੁਲਾਈ ਗਈ, ਪਰ ਰਸਤੇ 'ਚ ਪਾਣੀ ਜ਼ਿਆਦਾ ਹੋਣ ਕਰਕੇ ਐਂਬੂਲੈਂਸ ਅੱਗੇ ਜਾ ਨਹੀਂ ਸੀ ਸਕਦੀ, ਕਿਉਂਕਿ ਦੋਵੇਂ ਪਿੰਡਾਂ ਨੂੰ ਜੋੜਨ ਵਾਲੀ ਸੜਕ ਆਪਸ ਦੇ ਵਿੱਚ ਉਹ ਪਾਣੀ ਜ਼ਿਆਦਾ ਆਉਣ ਕਰਕੇ, ਹੜ੍ਹ ਆਉਣ ਦੇ ਕਾਰਨ ਸੰਪਰਕ ਤੋੜ ਚੁੱਕੀ ਸੀ। ਇਹਦੇ ਦੌਰਾਨ ਹੀ ਫਿਰ ਉਹਨਾਂ ਨੇ ਸੋਚਿਆ ਕਿ ਪਿੰਡ ਲਾਸ਼ ਤਾਂ ਲਿਜਾਣੀ ਹੈ, ਸੰਸਕਾਰ ਤਾਂ ਕਰਨਾ ਹੈ, ਤਾਂ ਫਿਰ ਉਹਨਾਂ ਨੇ ਇਹ ਟਿਊਬ, ਟਰੈਕਟਰ ਵਾਲੀ ਟਿਊਬ ਲਿਆਂਦੀ, ਉਹਦੇ ਉੱਤੇ ਲਾਸ਼ ਨੂੰ ਬੰਨ੍ਹਿਆ, ਬੰਨ੍ਹ ਕੇ ਟਿਊਬ ਦੇ ਰਾਹੀਂ ਲਾਸ਼ ਨੂੰ ਆਪਣੇ ਪਿੰਡ ਲੈ ਕੇ ਗਏ ਤੇ ਫਿਰ ਸੰਸਕਾਰ ਕੀਤਾ। ਤੇ ਹੁਣ ਇਹਦੇ ਤੇ ਟਿੱਪਣੀਆਂ ਕਰਨ ਨੂੰ ਦਿਲ ਕਰਦਾ ਹੈ ਕਿ ਅਸਲ ਦੇ ਵਿੱਚ ਭਾਰਤ ਦੀ ਵੀ ਇੱਕ ਤਸਵੀਰ ਹੈ। ਭਾਰਤ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਮੂਰਤੀਆਂ ਲਾ ਕੇ ਅਸੀਂ ਰਿਕਾਰਡ ਪੈਦਾ ਕਰ ਲਏ ਹੋਣਗੇ। ਭਾਰਤ ਨੂੰ ਨਵਾਂ ਸੰਸਦ ਭਵਨ ਮਿਲ ਗਿਆ ਹੋਊਗਾ, ਪ੍ਰਧਾਨ ਮੰਤਰੀ ਨੂੰ ਨਵਾਂ ਆਵਾਸ ਸਥਾਨ ਮਿਲ ਜਾਣਾ, ਵੱਡਾ ਜਹਾਜ਼ ਮਿਲ ਗਿਆ, ਕਈ ਕਰੋੜਾਂ ਦੀ ਮਹਿੰਗੀ ਕਾਰ ਮਿਲ ਗਈ। ਕਿ ਇਹ ਆਮ ਵਿਅਕਤੀ ਵਾਸਤੇ ਗੱਲਾਂ ਕੋਈ ਮਾਇਨੇ ਰੱਖਦੀਆਂ ਨੇ? ਮਾਇਨੇ ਕੀ ਰੱਖਦਾ ਹੈ ਕਿ ਬੱਚਿਆਂ ਵਾਸਤੇ ਸਕੂਲ ਦੇ ਵਿੱਚ ਪੜ੍ਹਾਈ ਮੁਫਤ ਹੋਵੇ, ਪੜ੍ਹਾਈ ਦੇ ਨਾਲ ਨਾਲ ਉੱਥੇ ਅਧਿਆਪਕ ਵੀ ਹੋਣ, ਉਹਨਾਂ ਨੂੰ ਪੀਣ ਵਾਲਾ ਸਾਫ਼ ਪਾਣੀ ਵੀ ਮਿਲਦਾ ਹੋਵੇ, ਇਲਾਜ ਵਾਸਤੇ ਉਹਨਾਂ ਨੂੰ ਦਰ-ਦਰ ਭਟਕਣਾ ਨਾ ਪਵੇ, ਦਵਾਈਆਂ ਉਹਨਾਂ ਨੂੰ ਅੰਦਰੋਂ ਹਸਪਤਾਲ 'ਚੋਂ ਮਿਲ ਜਾਣ। ਹੁਣ ਜੇਕਰ ਕਿਸ ਦਾ ਜੀ ਬਿਮਾਰ ਹੁੰਦਾ ਹੈ ਜਾਂ ਉੱਥੇ ਕਿਸੇ ਪਰਿਵਾਰਕ ਜੀ ਦੀ ਕਿਸੇ ਦੀ ਮੌਤ ਹੋ ਜਾਂਦੀ ਹੈ, ਨਾ ਉਹਨੂੰ ਬਿਮਾਰ ਨੂੰ ਘਰੋਂ ਹਸਪਤਾਲ ਤੱਕ ਲਿਜਾਣ ਵਾਸਤੇ ਐਂਬੂਲੈਂਸ ਹੈ। ਜੇ ਉਹਦੀ ਮੌਤ ਹੋ ਜਾਂਦੀ, ਆਪਾਂ ਕੋਵਿਡ ਦੇ ਦਿਨਾਂ ਦੌਰਾਨ ਵੀ ਦੇਖਿਆ, ਤਾਂ ਲਾਸ਼ ਨੂੰ ਪਿੰਡ ਤੱਕ ਪਹੁੰਚਾਉਣ ਲਈ, ਘਰ ਤੱਕ ਪਹੁੰਚਾਉਣ ਵਾਸਤੇ ਐਂਬੂਲੈਂਸ ਦਾ ਪ੍ਰਬੰਧ ਨਹੀਂ ਹੁੰਦਾ। ਕਿ ਸੱਚਮੁੱਚ ਇਹ ਭਾਰਤ ਦੀ ਤਸਵੀਰ ਨਹੀਂ? ਅਸੀਂ ਬੜਾ ਕੁਝ ਕਰ ਲਿਆ, ਪਰ ਸੱਚਮੁੱਚ ਗੱਲਾਂ ਜਿੰਨੀ ਦੇਰ ਤੱਕ ਨਹੀਂ ਹੁੰਦੀਆਂ, ਉਨੀ ਦੇਰ ਤੱਕ ਇੱਕ ਆਮ ਵਿਅਕਤੀ ਕਿਵੇਂ ਮਹਿਸੂਸ ਕਰੂਗਾ ਕਿ ਮੈਂ ਵੀ ਇਸ ਰਾਜ ਦਾ, ਮੈਂ ਵੀ ਇਸ ਭਾਗ ਦਾ ਹਿੱਸਾ। ਕਿਉਂਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਰੀੜ੍ਹ ਦੀ ਹੱਡੀ ਨੂੰ ਕੋਈ ਸਮੱਸਿਆ ਆ ਗਈ, ਚਲੋ ਲੰਡਨ। ਜੇ ਪ੍ਰਕਾਸ਼ ਸਿੰਘ ਬਾਦਲ ਦੀ ਘਰਵਾਲੀ ਬੀਬੀ ਸੁਰਿੰਦਰ ਕੌਰ ਨੂੰ ਕੈਂਸਰ ਡਾਇਗਨੋਸ ਹੋ ਗਿਆ, ਚਲੋ ਅਮਰੀਕਾ। ਚਰਨਜੀਤ ਸਿੰਘ ਚੰਨੀ ਵੋਟਾਂ 'ਚ ਹਾਰ ਗਏ, ਚਲੋ ਕੈਨੇਡਾ, ਚਲੋ ਅਮਰੀਕਾ। ਕੋਈ ਹੋਰ ਲੀਡਰ ਆ, ਚਲੋ ਕੈਨੇਡਾ, ਚਲੋ ਅਮਰੀਕਾ। ਪਰ ਇਹਨਾਂ ਲੋਕਾਂ ਵਾਸਤੇ ਕੀ ਆ ਟਾਇਰ ਰਹਿ ਗਏ, ਕੀ ਟਿਊਬਾਂ ਰਹਿ ਗਈਆਂ, ਕੀ ਰਿਕਸ਼ੇ ਰਹਿ ਗਏ? ਮੈਂ ਬੀਤੇ ਦਿਨੀ ਤੁਹਾਨੂੰ ਦੱਸਿਆ ਸੀ ਕਿ ਇੱਕ ਵਿਅਕਤੀ ਉਹਨੇ ਫੱਟੀਆਂ ਲਈਆਂ, ਫੱਟੀਆਂ ਦੇ ਨਾਲ ਲਾਸ਼ ਨੂੰ ਬੰਨ੍ਹ ਕੇ 70 ਕਿਲੋਮੀਟਰ ਸਾਈਕਲ ਤੇ ਰੱਖ ਕੇ ਲਿਆਇਆ ਸੀ, ਔਰ ਉਹਦੇ ਤੋਂ ਬਾਅਦ ਟਿਊਬ ਦੇ ਉੱਤੇ ਲਾਸ਼ ਜਾ ਰਹੀ ਹੈ। ਸੱਚਮੁੱਚ ਇਹ ਦਿਲ ਨੂੰ ਦੁਖੀ ਕਰਨ ਵਾਲੀਆਂ ਖਬਰਾਂ ਨੇ। ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਸੱਚਮੁੱਚ ਮੁੱਢਲੀਆਂ ਸਹੂਲਤਾਂ ਪ੍ਰਦਾਨ ਜ਼ਰੂਰ ਕਰੇ, ਮੁਲਕ ਤਰੱਕੀ ਕਰ ਜਾਊਗਾ। ਸੋ ਦੋਸਤੋ, ਉਮੀਦ ਹੈ ਕਿ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਣਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ, ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਬਰਾਖਾ।